ਅਤੇ ਨਾਲ ਹੀ ਇਹ ਤਾਕੀਦ ਵੀ ਕੀਤੀ ਗਈ ਕਿ ਕਾਨੂੰਨ ਨਾਲ ਸੰਬੰਧਿਤ ਕੋਈ ਵੀ ਕੇਸ ਤਖਤ ਸਾਹਿਬਾਨ ਤੇ ਨਾ ਭੇਜਿਆ ਜਾਵੇ। ਇਸ ਪੱਤਰ ਥੱਲੇ ਕਸ਼ਮੀਰ ਸਿੰਘ ਭੂਰੀਵਾਲਿਆਂ ਸਮੇਤ ਉਹਨਾਂ ਦੇ ਸਾਥੀਆਂ ਤੇ ਨਿਰਮਲ ਅਖਾੜੇ ਵੱਲੋਂ ਦਰਜ ਪਰਚਿਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ। ਭੂਰੀਵਾਲਿਆਂ ਨੂੰ ਮਿਤੀ 10/8/2018 ਨੂੰ ਅਖਾੜੇ ਵਿੱਚੋਂ ਕੱਢ ਦਿੱਤਾ ਗਿਆ ਸੀ। कि पहले इन लोगों ने आपस में मिलकर दर्शन सिंह को अध्यक्ष कहना शुरू कर दिया, फिर संतोख सिंह को कहना शुरू कर दिया। सारी बात पता चलने पर उन्होंने स्वयं इस संबंध में मना किया और अब ये रेशम सिंह को अध्यक्ष कह रहे हैं। ਕਸ਼ਮੀਰ ਸਿੰਘ ਭੂਰੀਵਾਲੇ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਉੱਤੇ ਕਾਬਜ਼ ਹੋਣਾ ਚਾਹੁੰਦੇ ਨੇ ਤੇ ਮਦਦ ਕਰ ਰਹੇ ਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਦੇ ਮੁਖੀ ਦੀ ਅਗਵਾਈ ਵਿੱਚ ਨਿਰਮਲ ਪੰਚਾਇਤੀ ਅਖਾੜਾ ਕਨਖਲ ਸ੍ਰੀ ਹਰਿਦੁਆਰ ਉੱਤਰਾਖੰਡ ਵਿਖੇ ਕਬਜ਼ਾ ਕਰਨ ਚਲੇ ਗਏ। ਜਦੋਂ ਪੁਲਿਸ ਨੂੰ ਇਸ ਕਬਜ਼ੇ ਦੀ ਨੀਅਤ ਦਾ ਪਤਾ ਲੱਗਾ ਤਾਂ ਪੁਲਿਸ ਨੇ ਸਾਰੇ ਚੁੱਕ ਕੇ ਬਾਹਰ ਕੱਢੇ। और यदि यह पत्र आपके द्वारा ही जारी किया गया है तो यह अखाड़े के संविधान के मुताबिक गैर कानूनी है, जिसके लिए आपके विरुद्ध कानूनी कार्रवाई करने का अधिकार सुरक्षित है। ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀਆਂ ਪੱਤਰਕਾਵਾਂ ਨੂੰ ਅਣਗੌਲਿਆਂ ਕਰਕੇ ਕੁਤਾਹੀ ਕੀਤੀ ਹੈ, ਉਹਨੂੰ ਇੱਕ ਹੋਰ ਜਿਹੜਾ ਹੈ ਭੁੱਲ ਬਖਸ਼ਾਉਣ ਵਾਸਤੇ ਮੌਕਾ ਦਿੱਤਾ ਜਾਂਦਾ। ਫਿਰ ਇਹ ਝੂਠ ਬੋਲਣ ਦੀ ਕੀ ਜ਼ਰੂਰਤ ਸੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦੇ ਬੈਠੇ ਮੁਖੀ ਨੂੰ ਕਿ ਅਕਾਲ ਤਖਤ ਸਾਹਿਬ ਜੀ ਦੇ ਪੱਤਰਾਂ ਦਾ ਜਵਾਬ ਨਹੀਂ ਦਿੱਤਾ ਜਾਣ ਗੌਲਿਆਂ ਕੀਤੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰੜਕਦੇ ਬੋਲ ਪ੍ਰੋਗਰਾਮ ਵਿੱਚ ਤੁਹਾਡਾ ਸਭ ਦਾ ਸਵਾਗਤ ਹੈ। ਅੱਜ ਦਾ ਸਾਡਾ ਵਿਸ਼ਾ ਹੈ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਦਾ ਮੁਖੀ ਕਦੋਂ ਹੋਵੇਗਾ ਆਜ਼ਾਦ, ਕਿਉਂ ਹੈ ਉਹ ਬਾਬਾ ਕਸ਼ਮੀਰ ਸਿੰਘ ਭੂਰੀਵਾਲਿਆਂ ਦੇ ਪ੍ਰਭਾਵ ਥੱਲੇ। ਸ੍ਰੀ ਅਕਾਲ ਤਖਤ ਸਾਹਿਬ ਜੀ ਤੋਂ ਇੱਕ ਗੁਰਮਤਾ ਮਿਤੀ 25 ਭਾਦੋਂ ਸੰਮਤ ਨਾਨਕਸ਼ਾਹੀ 547 ਮੁਤਾਬਕ 10 ਸਤੰਬਰ 2015 ਨੂੰ ਹੋਇਆ ਸੀ, ਜਿਸ ਵਿੱਚ ਧਰਮ ਪ੍ਰਚਾਰ ਕਮੇਟੀ ਨੂੰ ਕਿਹਾ ਗਿਆ ਸੀ ਕਿ ਕੋਈ ਵੀ ਧਾਰਮਿਕ ਮਸਲਾ ਸਿੱਧਾ ਤਖਤ ਸਾਹਿਬਾਨ ਤੇ ਨਾ ਭੇਜਿਆ ਜਾਵੇ। ਇਸ ਲਈ ਧਰਮ ਪ੍ਰਚਾਰ ਕਮੇਟੀ ਯੋਗ ਹੱਲ ਕੱਢੇ ਤੇ ਆਪਣੀ ਰਾਏ ਦੇ ਕੇ ਸ੍ਰੀ ਅਕਾਲ ਤਖਤ ਸਾਹਿਬ ਜੀ ਨੂੰ ਭੇਜੇ ਅਤੇ ਨਾਲ ਹੀ ਇਹ ਤਾਕੀਦ ਵੀ ਕੀਤੀ ਗਈ ਕਿ ਕਾਨੂੰਨ ਨਾਲ ਸੰਬੰਧਿਤ ਕੋਈ ਵੀ ਕੇਸ ਤਖਤ ਸਾਹਿਬਾਨ ਤੇ ਨਾ ਭੇਜਿਆ ਜਾਵੇ। ਹੁਣ 26 ਨਵੰਬਰ 2022 ਨੂੰ ਜਿਸ ਦਿਨ ਸੁੱਚਾ ਸਿੰਘ ਲੰਗਾ ਨੂੰ ਮੁਆਫੀ ਦਿੱਤੀ ਗਈ, ਉਸ ਦਿਨ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਦੇ ਮੁਖੀ ਵੱਲੋਂ ਇੱਕ ਬਿਆਨ ਨਿਰਮਲ ਭੇਖ ਲਈ ਜਾਰੀ ਕਰਦਿਆਂ ਕਿਹਾ, ਮਹੰਤ ਗਿਆਨਦੇਵ ਸਿੰਘ ਨਿਰਮਲ ਭੇਖ ਦੇ ਉਹਨਾਂ ਨੇ ਸ੍ਰੀ ਅਕਾਲ ਤਖਤ ਸਾਹਿਬ ਤੇ ਰੱਖੀ ਇਕੱਤਰਤਾ ਵਿੱਚ ਸ਼ਾਮਲ ਨਾ ਹੋ ਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀਆਂ ਪੱਤਰਕਾਵਾਂ ਨੂੰ ਅਣਗੌਲਿਆਂ ਕਰਕੇ ਕੁਤਾਹੀ ਕੀਤੀ ਹੈ, ਉਹਨੂੰ ਇੱਕ ਹੋਰ ਜਿਹੜਾ ਹੈ ਭੁੱਲ ਬਖਸ਼ਾਉਣ ਵਾਸਤੇ ਮੌਕਾ ਦਿੱਤਾ ਜਾਂਦਾ ਹੈ। ਹੁਣ ਇੱਥੇ ਸੋਚਣਾ ਬਣਦਾ ਹੈ ਕਿ ਸ੍ਰੀ ਮਹੰਤ ਸ੍ਰੀ ਗਿਆਨਦੇਵ ਸਿੰਘ ਜੀ ਪ੍ਰਧਾਨ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਸ੍ਰੀ ਹਰਿਦੁਆਰ ਉੱਤਰਾਖੰਡ ਜੀ ਨੇ ਅਜਿਹੀ ਕਿਹੜੀ ਭੁੱਲ ਕੀਤੀ ਹੈ? ਇਹ ਭੁੱਲ ਹੈ ਕੀ ਇਹ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਦੇ ਮੁਖੀ ਦੱਸ ਸਕਣਗੇ? ਕੀ ਇਹ ਵੀ ਦੱਸਣਗੇ ਕਿ ਉਹਨਾਂ ਨੂੰ ਮਿਤੀ 10 ਸਤੰਬਰ 2015 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਹੋਏ ਗੁਰਮਤੇ ਦੀ ਉਲੰਘਣਾ ਕਰਨ ਦਾ ਹੱਕ ਕਿਸ ਨੇ ਦਿੱਤਾ? ਇੱਥੇ ਅਸੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਦੇ ਮੁਖੀ ਨੂੰ ਦੱਸ ਦਈਏ ਕਿ ਭੁੱਲ ਇਹ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਵੱਲੋਂ ਕਿਸੇ ਸਾਬਤ ਸੂਰਤ ਸਿੱਖ ਦੇ ਨਾਮ ਨਾਲੋਂ ਸਿੰਘ ਸ਼ਬਦ ਕੱਟ ਦੇਣਾ, ਇਹ ਹੈ ਭੁੱਲ। ਹੁਣ ਵੇਖੋ ਤੁਸੀਂ ਪੱਤਰ ਨੰਬਰ 142 ਜਿਸ ਵਿੱਚ ਸ੍ਰੀ ਮਹੰਤ ਗਿਆਨਦੇਵ ਸਿੰਘ ਜੀ ਨਾਲੋਂ ਸਿੰਘ ਸ਼ਬਦ ਹੈ ਹੀ ਨਹੀਂ, ਇਹ ਹੈ ਭੁੱਲ।
ਇਹ ਕੋਈ ਕਲੈਰੀਕਲ ਗਲਤੀ ਨਹੀਂ ਹੈ। ਹੁਣ ਵੇਖੋ ਸ਼੍ਰੋਮਣੀ ਗੁਰਦੁਆਰਾ ਕਮੇਟੀ ਦਾ ਉਹ ਪੱਤਰ ਨੰਬਰ 23,663 ਮਿਤੀ 4/3/2022 ਜਿਸ ਵਿੱਚ ਸ੍ਰੀ ਗਿਆਨਦੇਵ ਸਿੰਘ ਜੀ ਨੂੰ ਉਸ ਸਬ ਕਮੇਟੀ ਦਾ ਮੈਂਬਰ ਬਣਾਇਆ ਗਿਆ ਜੋ ਗੁਰਦੁਆਰਾ ਗਿਆਨ ਗੋਦੜੀ ਸਾਹਿਬ ਹਰਿਦੁਆਰ ਦੇ ਮਸਲੇ ਦਾ ਹੱਲ ਕੱਢਣ ਲਈ ਬਣਾਈ ਗਈ ਹੈ। ਇਸ ਵਿੱਚ 6 ਨੰਬਰ ਤੇ ਬਾਬਾ ਗਿਆਨਦੇਵ ਸਿੰਘ ਜੀ ਮੁਖੀ ਨਿਰਮਲੇ ਸੰਪਰਦਾਇ ਪ੍ਰਧਾਨ ਨਿਰਮਲ ਪੰਚਾਇਤ ਅਖਾੜਾ ਹਰਿਦੁਆਰ ਉੱਤਰਾਖੰਡ ਸਾਫ਼ ਲਿਖਿਆ ਹੈ। ਸੋ ਕਿਸੇ ਦੇ ਨਾਮ ਨਾਲੋਂ ਸਿੰਘ ਸ਼ਬਦ ਕੱਟ ਦੇਣਾ ਇਸ ਨੂੰ ਕਹਿੰਦੇ ਨੇ ਭੁੱਲ। ਹੁਣ ਇਸ ਤੋਂ ਪਹਿਲਾਂ ਕਿ ਅਸੀਂ ਅੱਜ ਦੇ ਇਸ ਸਾਰੇ ਮਾਮਲੇ ਦੀ ਅਸਲੀਅਤ ਬਿਆਨ ਕਰੀਏ ਕਿ ਇਹ ਸਾਰਾ ਅਸਲ ਮਾਮਲਾ ਹੈ ਕੀ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ। ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦੇ ਮੁਖੀ ਵੱਲੋਂ ਆਪਣੇ ਨਿੱਜੀ ਸਹਾਇਕ ਜਸਪਾਲ ਸਿੰਘ ਦੇ ਦਸਤਖਤਾਂ ਥੱਲੇ ਮਿਤੀ 2/7/2022 ਨੂੰ ਇੱਕ ਪੱਤਰ ਨੰਬਰ 142 ਸ਼੍ਰੀ ਮਹੰਤ ਸ੍ਰੀ ਗਿਆਨਦੇਵ ਸਿੰਘ ਜੀ ਨੂੰ ਸੰਬੋਧਨ ਹੁੰਦਿਆਂ ਭੇਜਿਆ ਗਿਆ ਸੀ, ਜਿਸ ਦਾ ਵਿਸ਼ਾ ਸੀ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸੰਵਾਦ ਕਰਨ ਲਈ ਅਤੇ ਨਿਰਮਲ ਸੰਪਰਦਾ ਦੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਬਾਰੇ। ਇਸ ਪੱਤਰ ਵਿੱਚ ਲਿਖਿਆ ਗਿਆ ਕਿ ਸਿੱਖ ਪੰਥ ਦੀ ਪ੍ਰਮੁੱਖ ਸੰਪਰਦਾ ਨਿਰਮਲ ਪੰਚਾਇਤੀ ਅਖਾੜੇ ਵਿੱਚ ਪੈਦਾ ਹੋਏ ਆਪਸੀ ਵਿਵਾਦਾਂ ਨੂੰ ਸੁਲਝਾਉਣ ਲਈ ਆਪ ਜੀ ਦੇ ਸਹਿਯੋਗ ਦੀ ਵੱਡੀ ਜ਼ਰੂਰਤ ਹੈ। ਇਸ ਲਈ ਮਿਤੀ 10 ਜੁਲਾਈ 2022 ਨੂੰ ਸਵੇਰੇ 11 ਵਜੇ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਇੱਕ ਵਿਸ਼ੇਸ਼ ਇਕੱਤਰਤਾ ਬੁਲਾਈ ਹੈ। ਆਪ ਜੀ ਨੂੰ ਇਸ ਇਕੱਤਰ ਦੇ ਵਿੱਚ ਸ਼ਾਮਲ ਹੋਣ ਲਈ ਦਿਲ ਦੀਆਂ ਗਹਿਰਾਈਆਂ 'ਚੋਂ ਸੱਦਾ ਪੱਤਰ ਭੇਜ ਰਹੇ ਹਾਂ। ਹੁਣ ਇੱਥੇ ਯਾਦ ਰਹੇ ਕਿ ਇਸ ਵਿੱਚ ਕੋਈ ਭੁੱਲ ਦਾ ਜ਼ਿਕਰ ਨਹੀਂ ਹੈ ਕਿ ਸ੍ਰੀ ਮਹੰਤ ਸ੍ਰੀ ਗਿਆਨਦੇਵ ਸਿੰਘ ਜੀ ਨੇ ਸਿੱਖ ਪੰਥ ਖਿਲਾਫ ਕੀ ਭੁੱਲ ਕੀਤੀ ਹੈ। ਫਿਰ 10 ਜੁਲਾਈ ਨੂੰ ਇੱਕੋ ਦਿਨ 'ਚ 2 ਪੱਤਰ ਸ੍ਰੀ ਮਹੰਤ ਸ੍ਰੀ ਗਿਆਨਦੇਵ ਸਿੰਘ ਜੀ ਨੂੰ ਭੇਜੇ ਜਾਂਦੇ ਨੇ। ਪਹਿਲੇ ਪੱਤਰ ਨੰਬਰ ਆੜਾ 3/22/167 ਵਿੱਚ ਕਿਹਾ ਗਿਆ ਕਿ ਆਪ ਜੀ ਨੂੰ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਰੱਖੀ ਗਈ ਇਕੱਤਰਤਾ ਵਿੱਚ ਸ਼ਾਮਲ ਹੋਣ ਲਈ ਸੱਦਾ ਪੱਤਰ ਭੇਜਿਆ ਸੀ, ਪਰੰਤੂ ਆਪ ਹਾਜ਼ਰ ਨਹੀਂ ਹੋਏ। ਇਸ ਲਈ ਆਦੇਸ਼ ਕੀਤਾ ਜਾਂਦਾ ਹੈ ਕਿ 10 ਦਿਨਾਂ ਦੇ ਅੰਦਰ ਅੰਦਰ ਆਪਣੇ ਨਾਂ ਆਉਣ ਸੰਬੰਧੀ ਸਪਸ਼ਟੀਕਰਨ ਦਿਓ। ਇੱਥੇ ਧਿਆਨ ਦੇਣਾ ਬਣਦਾ ਕਿ 2 ਜੁਲਾਈ ਵਾਲੇ ਪੱਤਰ ਦੇ 2 ਵਿਸ਼ੇ ਸਨ। ਪਹਿਲਾ ਕਿ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ 400 ਸਾਲਾ ਪ੍ਰਕਾਸ਼ ਉਤਸਵ ਦੇ ਸੰਬੰਧ ਵਿੱਚ ਸੰਵਾਦ ਕਰਨਾ ਅਤੇ ਦੂਸਰਾ ਨਿਰਮਲ ਸੰਪਰਦਾ ਦੇ ਪੈਦਾ ਹੋਏ ਵਿਵਾਦ ਨੂੰ ਸੁਲਝਾਉਣ ਬਾਰੇ। ਹੁਣ 10 ਜੁਲਾਈ ਵਾਲੇ ਪੱਤਰ ਦਾ ਵਿਸ਼ਾ ਵਸਤੂ ਬਿਆਨ ਕਰਦਾ ਹੈ ਕਿ ਇਸ ਇਕੱਤਰਤਾ ਦਾ ਮੁੱਖ ਉਦੇਸ਼ ਸਿਰਫ ਤੇ ਸਿਰਫ ਸ੍ਰੀ ਮਹੰਤ ਸ੍ਰੀ ਗਿਆਨਦੇਵ ਸਿੰਘ ਜੀ ਨੂੰ ਸੱਦਣਾ ਤੇ ਕਸ਼ਮੀਰ ਸਿੰਘ ਭੂਰੀ ਵਾਲਿਆਂ ਰਾਹੀਂ ਆਪੋ ਬਣੇ ਸ੍ਰੀ ਮਹੰਤ ਰੇਸ਼ਮ ਸਿੰਘ ਨੂੰ ਨਿਰਮਲ ਭੇਖ ਵਿੱਚ ਮੁੜ ਫਿੱਟ ਕਰਨਾ ਹੈ, ਕਿਉਂਕਿ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਸ੍ਰੀ ਹਰਿਦੁਆਰ ਉੱਤਰਾਖੰਡ ਵੱਲੋਂ ਭੂਰੀ ਵਾਲਿਆਂ ਨੂੰ ਮਿਤੀ 10/8/2018 ਨੂੰ ਅਖਾੜੇ ਵਿੱਚੋਂ ਕੱਢ ਦਿੱਤਾ ਗਿਆ ਸੀ, ਜਿਸ ਦੀ ਮਤੇ ਦੀ ਕਾਪੀ ਨਾਲ ਤੁਸੀਂ ਵੇਖ ਰਹੇ ਹੋ। ਇਸ ਦੇ ਉਲਟ ਗੰਗਾ ਬਹਾਉਂਦਿਆਂ ਕਸ਼ਮੀਰ ਸਿੰਘ ਭੂਰੀ ਵਾਲਿਆਂ ਵੱਲੋਂ ਮਿਤੀ 19/8/2020 ਨੂੰ ਪੰਜਾਬ ਅੰਦਰ ਮਹੰਤ ਰੇਸ਼ਮ ਸਿੰਘ ਪੁੱਤਰ ਭਗਵਾਨ ਸਿੰਘ ਫਿਰੋਜ਼ਪੁਰ ਵਾਲਿਆਂ ਨੂੰ ਤਰਨਤਾਰਨ ਵਿਖੇ ਇਕੱਠ ਕਰਕੇ ਸ੍ਰੀ ਮਹੰਤ ਬਣਾ ਦਿੱਤਾ ਗਿਆ, ਜਿਸ ਦੀ ਕੋਈ ਸਰਕਾਰੀ ਮਾਨਤਾ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਸ੍ਰੀ ਹਰਿਦੁਆਰ ਉੱਤਰਾਖੰਡ ਵੱਲੋਂ ਨਹੀਂ ਹੈ। ਜਦਕਿ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਦੇਸ਼ ਆਜ਼ਾਦ ਹੋਣ ਤੋਂ ਪਹਿਲਾਂ ਯਾਨੀ 1905 ਦਾ ਹੀ ਰਜਿਸਟਰਡ ਹੈ ਤੇ ਉਸ ਦਾ ਆਪਣਾ ਵਿਧਾਨ ਤੇ ਸੰਵਿਧਾਨ ਹੈ। ਹੁਣ ਰੇਸ਼ਮ ਸਿੰਘ ਰਾਹੀਂ ਸ੍ਰੀ ਅਕਾਲ ਤਖਤ ਸਾਹਿਬ ਜੀ ਦਾ ਮੋਢਾ ਵਰਤ ਕੇ ਕਸ਼ਮੀਰ ਸਿੰਘ ਭੂਰੀ ਵਾਲੇ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਉੱਤੇ ਕਾਬਜ ਹੋਣਾ ਚਾਹੁੰਦੇ ਨੇ ਤੇ ਮਦਦ ਕਰ ਰਹੇ ਨੇ ਸਾਡੇ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਦੇ ਮੁਖੀ। ਹੁਣ ਇਹ ਸਭ ਕੁਝ ਸਮਝ ਆਵੇਗਾ ਕਿ ਜਦੋਂ ਅਸੀਂ ਮਿਤੀ 10 ਜੁਲਾਈ 2022 ਦੇ ਇੱਕੋ ਦਿਨ 'ਚ ਜਾਰੀ ਹੋਏ ਦੂਸਰੇ ਪੱਤਰ ਨੰਬਰ 168 ਦੀ ਇਬਾਰਤ ਪੜਾਂਗੇ, ਜੋ ਤੁਸੀਂ ਨਾਲ ਸਕਰੀਨ ਤੇ ਵੇਖ ਰਹੇ ਹੋ। ਉਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰਤ ਦੇ ਮੁਖੀ ਵੱਲੋਂ ਕਿਹਾ ਗਿਆ ਹੈ ਕਿ 10 ਜੁਲਾਈ 2022 ਦੀ ਇਕੱਤਰਤਾ ਵਿੱਚ ਨਿਰਮਲ ਭੇਖ ਦੇ ਸਾਧੂ ਜਨ ਸ਼ਾਮਲ ਹੋਏ, ਪਰੰਤੂ ਤੁਹਾਡਾ ਜਾਣੀ ਕਿ ਸ੍ਰੀ ਮਹੰਤ ਗਿਆਨਦੇਵ ਸਿੰਘ ਜੀ ਦਾ ਸ਼ਾਮਲ ਨਾ ਹੋਣਾ ਬਹੁਤ ਹੀ ਮੰਦਭਾਗਾ ਹੈ। ਅਖਾੜੇ ਦੀ ਪ੍ਰਭੂ ਸੱਤਾ ਨੂੰ ਜੇਕਰ ਠੇਸ ਪਹੁੰਚਦੀ ਹੈ ਤਾਂ ਨਿਰਮਲ ਭੇਖ ਦੇ ਸਾਰੇ ਸਾਧੂ ਸੰਤਾਂ ਨੂੰ ਠੇਸ ਪਹੁੰਚਦੀ ਹੈ।
ਜਿਸ ਸੰਬੰਧੀ ਆਦੇਸ਼ ਕੀਤਾ ਜਾਂਦਾ ਹੈ ਕਿ ਆਪ ਨੇ ਪੰਚਾਇਤੀ ਅਖਾੜਾ ਨਿਰਮਲਾ ਦੇ ਮੁੱਖ ਸਥਾਨ ਉੱਤੇ ਬਿਨਾਂ ਪੱਖਪਾਤ ਭੇਦਭਾਵ ਕੀਤਿਆਂ ਸਮੂਹ ਨਿਰਮਲ ਪੰਥ ਦੀ ਇਕੱਤਰਤਾ 1.5 ਮਹੀਨੇ ਦੇ ਅੰਦਰ ਅੰਦਰ ਬੁਲਾਉਣੀ ਹੈ ਤੇ ਆਪਸੀ ਵਿਚਾਰ ਵਟਾਂਦਰਾ ਕਰਕੇ ਨਿਰਮਲ ਭੇਖ ਵਿੱਚ ਪਏ ਵਿਵਾਦ ਨੂੰ ਹੱਲ ਕਰਨਾ ਹੈ। ਜਿਹੜੇ ਵੀ ਅਖਾੜੇ ਦੀਆਂ ਜਾਇਦਾਦਾਂ ਨੁਕਸਾਨ ਜਾਂ ਫੁੱਟ ਪਾਉਣ ਦੇ ਜ਼ਿੰਮੇਵਾਰ ਹੋਣਗੇ, ਭਾਵੇਂ ਉਹ ਕਿਸੇ ਵੀ ਧਿਰ ਨਾਲ ਸੰਬੰਧਿਤ ਹੋਣ, ਉਹਨਾਂ ਨੂੰ ਅਖਾੜੇ ਤੋਂ ਬਾਹਰ ਕੀਤਾ ਜਾਵੇ। ਇਸ ਇਕੱਤਰਤਾ ਦੀ ਨਿਗਰਾਨੀ ਕਰਨ ਲਈ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਨੁਮਾਇੰਦੇ ਵੀ ਭੇਜੇ ਜਾਣਗੇ ਜੋ ਸਾਰੀ ਰਿਪੋਰਟ ਸ੍ਰੀ ਅਕਾਲ ਤਖਤ ਸਾਹਿਬ ਵਿਖੇ ਦੇਣਗੇ। ਜੇਕਰ ਤੁਸੀਂ ਦਿੱਤੇ ਸਮੇਂ ਅਨੁਸਾਰ ਇਕੱਤਰਤਾ ਨਹੀਂ ਬੁਲਾਉਂਦੇ ਤਾਂ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਨਿਰਮਲ ਭੇਖ ਦੇ ਸਮੂਹ ਸਾਧੂ ਜਨਾਂ ਦੀ ਵੱਡੇ ਪੱਧਰ ਤੇ ਇਕੱਤਰਤਾ ਬੁਲਾਈ ਜਾਵੇਗੀ, ਜਿਸ ਵਿੱਚ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਹੋਏ ਆਦੇਸ਼ਾਂ ਦੀ ਉਲੰਘਣਾ ਕਰਨ ਦੇ ਦੋਸ਼ ਵਜੋਂ ਤੁਹਾਡੇ ਤੇ ਪੰਥਕ ਰਵਾਇਤਾਂ ਅਨੁਸਾਰ ਕਾਰਵਾਈ ਕੀਤੀ ਜਾਵੇਗੀ। ਯਾਨੀ ਕਿ ਸਿੱਧੇ ਰੂਪ ਵਿੱਚ ਧਮਕੀ ਦੇ ਦਿੱਤੀ ਗਈ ਹੈ ਔਰ ਇਹ ਮਨਸ਼ਾ ਸਾਫ਼ ਕਰ ਦਿੱਤੀ ਗਈ ਹੈ ਕਿ ਤੁਸੀਂ ਕਸ਼ਮੀਰ ਸਿੰਘ ਭੂਰੀ ਵਾਲਿਆਂ ਨੂੰ, ਜਿਨ੍ਹਾਂ ਨੂੰ 2018 ਚ ਕੱਢਿਆ ਸੀ, ਉਹਨਾਂ ਨੂੰ ਬੁਲਾਓ। ਫਿਰ ਇਸ ਤੋਂ ਬਾਅਦ ਹੋਇਆ ਕੀ? ਫਿਰ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਵੱਲੋਂ ਮਿਤੀ 5/9/2022 ਨੂੰ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਵੱਲ ਲਿਖਤੀ ਉੱਤਰ ਰਜਿਸਟਰਡ ਡਾਕ ਰਾਹੀਂ ਭੇਜਿਆ ਗਿਆ, ਜਿਸ ਵਿੱਚ ਦੱਸਿਆ ਗਿਆ ਕਿ जत्थेदार श्री अकाल तख्त साहिब, सर्वप्रथम आपका हृदय से धन्यवाद कि आपने निर्मल बेह के हित चिंतक होने के कारण पत्र प्रेषित किया। जैसा कि पत्र से विदित होता है कि आपको यह भ्रम पैदा किया गया है कि श्री पंचायती अखाड़ा निर्मल रजिस्टर्ड कनकल हरिद्वार में अखाड़े की प्रभु सत्ता को लेकर कार्यकारिणी में कोई विवाद है। इसका पुरजोर विरोध करते हुए यह स्पष्ट किया जाता है कि अखाड़े की कार्यकारिणी में कोई विवाद किसी किस्म का नहीं है। उक्त संस्था के वर्ष 1993 से अध्यक्ष श्री महंत स्वामी ज्ञानदेव सिंह जी हैं और निरंतर चले आ रहे हैं। जिन लोगों ने आपको इस संबंध में दिग्भ्रमित किया है, उक्त लोग इस अखाड़े के प्राथमिक सदस्य भी नहीं हैं। न्यायालय ने इनके विरुद्ध जो आर्डर किए उनकी काफ़ी साथ संलग्न है। महंत गोपाल सिंह आदि ने अखाड़े की संपत्ति को खुर्द-बुर्द करने के लिए जो आपराधिक कार्य किए, उस संबंध में इनके विरुद्ध थाने में FIR भी दर्ज है, जिसमें जांच में इनको दोषी पाते हुए पुलिस ने इनके विरुद्ध आरोप पत्र भी न्यायालय में प्रेषित कर दिए हैं, जिसमें इनके वारंट चल रहे हैं। आपके माध्यम से सबसे अनुरोध है कि कोई इन दोषियों को पनाह ना दे। यहाँ यह उल्लेखनीय है कि पहले इन लोगों ने आपस में मिलकर दर्शन सिंह को अध्यक्ष कहना शुरू कर दिया, फिर संतोष सिंह को कहना शुरू कर दिया। सारी बात पता चलने पर उन्होंने स्वयं इस संबंध में मना किया और अब ये रेशम सिंह को अध्यक्ष कह रहे हैं। इन सब के इस आपराधिक कृत्य के लिए इनके विरुद्ध पुलिस थाने में पर्चे दर्ज हैं। उपरोक्त पत्र को ही पक्ष समझते हुए प्रकरण को यहीं पर विराम देने की कृपा करें। महंत जसविंदर सिंह शास्त्री। ਇਸ ਪੱਤਰ ਥੱਲੇ ਕਸ਼ਮੀਰ ਸਿੰਘ ਭੂਰੀ ਵਾਲਿਆਂ ਸਮੇਤ ਉਹਨਾਂ ਦੇ ਸਾਥੀਆਂ ਤੇ ਨਿਰਮਲ ਅਖਾੜੇ ਵੱਲੋਂ ਦਰਜ ਪਰਚਿਆਂ ਦਾ ਵੇਰਵਾ ਵੀ ਦਿੱਤਾ ਗਿਆ ਹੈ, ਜਿਸ ਮੁਤਾਬਕ 3 ਅਦਾਲਤੀ ਹੁਕਮਾਂ ਦੀਆਂ ਕਾਪੀਆਂ ਵੀ ਨਾਲ ਨੱਥੀ ਕੀਤੀਆਂ ਗਈਆਂ ਸਨ, ਜਿਸ ਵਿੱਚ 17/5/19, 23/7/22 ਤੇ 20/4/22 ਦੇ ਅਦਾਲਤਾਂ ਦੇ ਹੁਕਮਾਂ ਦੀਆਂ ਕਾਪੀਆਂ ਨੱਥੀ ਨੇ। ਤੇ ਜਿਹੜੇ ਪਰਚੇ ਕਸ਼ਮੀਰ ਸਿੰਘ ਭੂਰੀ ਵਾਲਿਆਂ ਦੇ ਸਾਥੀਆਂ ਤੇ ਦਰਜ ਹਨ, ਉਹਨਾਂ ਮੁਕੱਦਮਿਆਂ ਵਿੱਚ FIR ਨੰਬਰ 0156/2017 ਦੀ, FIR ਨੰਬਰ 0146 ਸਾਲ 2019 ਦੀ, FIR ਨੰਬਰ 160 ਸਾਲ 2020 ਦੀ, FIR ਨੰਬਰ 0194 ਸਾਲ 2020 ਦੀਆਂ ਹਨ। ਹੁਣ ਇਹ ਸਾਰਾ ਕੁਝ ਸੁਣਨ ਤੋਂ ਬਾਅਦ ਸ੍ਰੀ ਅਕਾਲ ਤਖਤ ਸਾਹਿਬ ਜੀ ਦੇ ਮੁਖੀ ਦੀ ਅਸਲ ਮਨਸ਼ਾ
ਉਦੋਂ ਬਿਲਕੁਲ ਹੀ ਜਗਜਾਰ ਹੋ ਗਈ ਜਦੋਂ ਮਿਤੀ 7/9/2022 ਨੂੰ ਇੱਕ ਪੱਤਰ ਨੰਬਰ 233 ਸ੍ਰੀ ਪੰਚਾਇਤੀ ਅਖਾੜਾ ਨਿਰਮਲਾ ਕਣਖਲ ਹਰਿਦੁਆਰ ਦੇ ਨਾਮ ਜਾਰੀ ਕਰ ਦਿੱਤਾ ਗਿਆ, ਜਿਸ ਵਿੱਚ ਵਿਸ਼ੇਸ਼ ਤੌਰ ਉੱਪਰ ਲਿਖਿਆ ਗਿਆ ਕਿ ਬਾਬਾ ਗਿਆਨਦੇਵ ਸਿੰਘ ਜੀ ਨੇ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਦੀ ਪਰਵਾਹ ਨਹੀਂ ਕੀਤੀ ਅਤੇ ਇਸ ਵਿਵਾਦ ਦੇ ਹੱਲ ਲਈ ਕੋਈ ਹੋਰ ਸੰਜੀਦਾ ਯਤਨ ਨਹੀਂ ਕੀਤੇ। ਬਾਬਾ ਗਿਆਨਦੇਵ ਸਿੰਘ ਅਤੇ ਇਸ ਨਾਲ ਜੁੜੇ ਕੁਝ ਵਿਅਕਤੀ ਸ੍ਰੀ ਅਕਾਲ ਤਖਤ ਸਾਹਿਬ ਜੀ ਵੱਲੋਂ ਹੋਏ ਆਦੇਸ਼ ਦੀ ਵਾਰ-ਵਾਰ ਉਲੰਘਣਾ ਕਰ ਰਹੇ ਹਨ। ਨਾਲ ਹੀ ਅਸਲ ਮੁੱਦੇ ਦੀ ਜਾਣੀ ਕਿ ਦਿਲ ਦੀ ਗੱਲ ਕਰਦੇ ਹਾਂ, ਇੱਥੇ ਬਿਲਕੁਲ ਸਾਰਾ ਕੁਝ ਸਾਫ਼ ਹੋ ਜਾਵੇਗਾ ਕਿ ਦਿਲ ਦੀ ਗੱਲ ਕਰਦੇ ਹਾਂ। ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦੇ ਮੁਖੀ ਗਿਆਨੀ ਹਰਪ੍ਰੀਤ ਸਿੰਘ ਨੇ ਲਿਖਿਆ ਗਿਆ ਕਿ ਮਿਲੀ ਜਾਣਕਾਰੀ ਅਨੁਸਾਰ ਜੋ ਮਿਤੀ 19/8/2019 ਨੂੰ ਸ੍ਰੀ ਖਡੂਰ ਸਾਹਿਬ ਵਿਖੇ ਨਿਰਮਲ ਭਿੱਖ ਦੇ ਇਕੱਠ ਵੱਲੋਂ ਬਹੁਤ ਸੰਮਤੀ ਨਾਲ ਸ੍ਰੀ ਮਹੰਤ ਬਾਬਾ ਰੇਸ਼ਮ ਸਿੰਘ ਨੂੰ ਚੁਣਿਆ ਗਿਆ ਸੀ, ਉਸ ਨੂੰ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਵੀ ਮਾਨਤਾ ਦਿੱਤੀ ਜਾਂਦੀ ਹੈ। ਯਾਨੀ ਕਿ ਇੱਥੇ ਸਹੀ ਮਨਸ਼ਾ ਬਿਲਕੁਲ ਸਾਹਮਣੇ ਆ ਗਈ ਕਿ ਸ੍ਰੀ ਮਹੰਤ ਗਿਆਨਦੇਵ ਸਿੰਘ ਜੀ ਦੇ ਬਿਲਕੁਲ ਸਾਹਮਣੇ ਰੇਸ਼ਮ ਸਿੰਘ ਜੀ ਨੂੰ ਸ੍ਰੀ ਮਹੰਤ ਦੀ ਮਾਨਤਾ ਅਕਾਲ ਤਖਤ ਵੱਲੋਂ ਦੇ ਦਿੱਤੀ ਗਈ ਹੈ। ਇਹ ਸੀ ਅਸਲੀ ਮਨਸ਼ਾ ਜਿਸ ਦੇ ਲਈ ਵਾਰ-ਵਾਰ ਪੱਤਰ ਲਿਖੇ ਜਾ ਰਹੇ ਸਨ। ਨਾਲ ਹੀ ਇਹ ਵੀ ਇਸ ਪੱਤਰ ਵਿੱਚ ਕਹਿ ਦਿੱਤਾ ਗਿਆ ਕਿ ਸ੍ਰੀ ਅਕਾਲ ਤਖਤ ਸਾਹਿਬ ਦੇ ਆਦੇਸ਼ ਨੂੰ ਅਣਗੌਲਿਆ ਕਰਨ ਸੰਬੰਧੀ ਬਾਬਾ ਗਿਆਨਦੇਵ ਸਿੰਘ ਬਾਰੇ 5 ਸਿੰਘ ਸਾਹਿਬਾਨ ਦੀ ਅਗਲੀ ਇਕੱਤਰਤਾ ਵਿੱਚ ਕੋਈ ਫੈਸਲਾ ਕੀਤਾ ਜਾਵੇਗਾ, ਜਾਣੀ ਕਿ ਉਹਨਾਂ ਨੂੰ ਪੰਥ ਵਿੱਚੋਂ ਛੇਕਣ ਦੀ ਸਿੱਧੇ ਰੂਪ ਵਿੱਚ ਧਮਕੀ। ਹੁਣ ਸਾਰੀ ਗੱਲ ਸਮਝ ਆਉਂਦੀ ਹੈ ਕਿ ਮਾਮਲਾ ਤਾਂ ਮਹੰਤ ਰੇਸ਼ਮ ਸਿੰਘ ਜੀ ਨੂੰ ਨਿਰਮਲ ਭੇਖ ਦਾ ਅਸਿੱਧੇ ਰੂਪ 'ਚ ਮੁਖੀ ਥਾਪਣ ਦਾ ਹੀ ਹੈ। ਦੱਸਣਯੋਗ ਹੈ ਕਿ ਮਾਮਲਾ ਅਦਾਲਤ ਵਿੱਚ ਹੈ ਕਿ ਨਿਰਮਲ ਅਖਾੜੇ ਦਾ ਅਸਲ ਸ਼੍ਰੀ ਮਹੰਤ ਕੌਣ ਹੈ, ਕੌਣ ਮੁਖੀ ਹੈ ਜਾਂ ਕੌਣ ਨਹੀਂ, ਇਹ ਅਦਾਲਤ ਨੇ ਤੈਅ ਕਰਨਾ ਹੈ, ਕਿਉਂਕਿ ਦੋਵੇਂ ਧਿਰਾਂ ਅਦਾਲਤ ਵਿੱਚ ਆਪਣੀ ਚਾਰਾਜੋਈ ਕਰ ਰਹੀਆਂ ਹਨ। ਯਾਦ ਇੱਥੇ ਵਾਰ-ਵਾਰ ਇਹ ਵੀ ਰੱਖਣਾ ਪਵੇਗਾ ਕਿ 10 ਸਤੰਬਰ 2015 ਨੂੰ ਹੋਇਆ ਗੁਰਮਤਾ ਕਹਿੰਦਾ ਹੈ ਕਿ ਸ੍ਰੀ ਅਕਾਲ ਤਖਤ ਸਾਹਿਬ ਉੱਪਰ ਅਦਾਲਤੀ ਮਾਮਲੇ ਨਹੀਂ ਵਿਚਾਰੇ ਜਾਣਗੇ। ਫਿਰ ਕਿਉਂ ਗਿਆਨੀ ਹਰਪ੍ਰੀਤ ਸਿੰਘ ਜੀ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਮਾਨ ਮਰਿਆਦਾ ਨੂੰ ਘਟਾ ਰਹੇ ਨੇ? ਇੱਥੇ ਦੱਸਣਾ ਬਣਦਾ ਹੈ ਕਿ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਵੱਲੋਂ 2 ਪੱਤਰ ਭੇਜੇ ਗਏ, ਉਹ ਵੀ ਡਾਕ ਰਾਹੀਂ। ਇੱਕ ਪੱਤਰ ਈਮੇਲ ਵੀ ਕੀਤਾ ਗਿਆ, ਦੂਸਰਾ ਪੱਤਰ ਈਮੇਲ 20/9/2022 ਨੂੰ ਕੀਤਾ ਗਿਆ ਤੇ ਰਜਿਸਟਰਡ ਡਾਕ ਰਾਹੀਂ ਵੀ ਭੇਜ ਕੇ ਦੱਸਿਆ ਗਿਆ। ਇਹ ਪੱਤਰ ਨੰਬਰ 27/9/2022 ਨੂੰ ਵੈਬਸਾਈਟ ਅਨੁਸਾਰ, ਜਿਹੜੀ ਕਿ ਭਾਰਤ ਦੀ ਡਾਕ ਵਾਲੀ ਡਾਕ ਪੋਸਟ ਵਾਲੀ ਵੈਬਸਾਈਟ ਹੈ, ਕਿ 27 ਤਰੀਕ ਨੂੰ ਅਕਾਲ ਤਖਤ ਸਾਹਿਬ ਉੱਪਰ ਮਿਲ ਗਿਆ ਸੀ ਤੇ ਲਿਖਤ ਵੀ ਜਿਹੜੀ 20/9/22 ਨੂੰ ਈਮੇਲ ਰਾਹੀਂ पहुंच गई, उसी दिन ही पहुंच गई। सोशल मीडिया पर आपके नाम से प्रचारित हो रहे उपरोक्त पत्रांक के संदर्भ में कहना है कि दिनांक 15/9/2022 को श्री पंचायती अखाड़ा निर्मल हरिद्वार में अखाड़े के पदाधिकारियों तथा निर्मल बेह के समस्त संतों महंतों का महान इकट्ठ हुआ। समस्त संतों महंतों ने उस पत्र की निंदा की और मीटिंग में सभी साधु संतों ने अपने विचारों का प्रगटावा करते हुए कहा कि निर्मल बेग श्री गुरु ग्रंथ साहिब जी को समर्पित है। श्री गुरु ग्रंथ साहिब जी को अपना इष्ट देव मानता है और गुरु साहिबान द्वारा स्थापित सभी तख्तों का सम्मान करता है। जिन लोगों ने निर्मल अखाड़े से धोखाधड़ी की पर्चे दर्ज हैं, कोर्ट द्वारा कोई राहत नहीं। ऐसे निर्मल अखाड़े द्वारा निष्कासित महंत कश्मीर सिंह भूरीवाले, महंत रेशम सिंह आदि की श्री अकाल तख्त साहिब जी की आड़ में जथेदार जी की तरफ से जो हमायत की जा रही है, वह ना तो श्री अकाल तख्त साहिब जी की रवायती मर्यादा अनुसार ठीक है और ना ही पंजीकृत संस्था निर्मल अखाड़े के संविधान अनुसार सही है। सहायक जसपाल सिंह द्वारा जारी किए पत्र के कारण समस्त संतों महंतों व संगत में भारी रोष है, जिस कारण संगतों की भावनाएं भटक सकती है। आपको स्पष्ट रूप से ज्ञान है कि अखाड़े के संविधान मुताबिक कोई सभा 19/8/2019 को खडूर साहिब
श्री महंत ज्ञानदेव सिंह जी अध्यक्ष निर्मल अखाड़ा की ओर से नहीं बुलाई गई थी, जिसमें बाबा रेशम सिंह को अध्यक्ष चुना गया हो। ऐसे में सुनी सुनाई जानकारी के आधार पर बाबा रेशम सिंह को मान्यता देने की बात करना और निर्मल बेह के प्रति संप्रदाय व संगत में विसंगति पैदा करने वाला है। और यदि यह पत्र आपके द्वारा ही जारी किया गया है तो यह अखाड़े के संविधान के मुताबिक गैर कानूनी है, जिसके लिए आपके विरुद्ध कानूनी कार्रवाई करने का अधिकार सुरक्षित है। महंत जसविंदर सिंह शास्त्री। ਫਿਰ ਇਹ ਝੂਠ ਬੋਲਣ ਦੀ ਕੀ ਜ਼ਰੂਰਤ ਸੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦੇ ਬੈਠੇ ਮੁਖੀ ਨੂੰ ਕਿ ਅਕਾਲ ਤਖਤ ਸਾਹਿਬ ਜੀ ਦੇ ਪੱਤਰਾਂ ਦਾ ਜਵਾਬ ਨਹੀਂ ਦਿੱਤਾ ਜਾਣ ਗੌਲਿਆਂ ਕੀਤਾ। ਆਓ ਸੁਣਦੇ ਹਾਂ ਉਹਨਾਂ ਨੇ ਕੀ ਕਿਹਾ। ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀਆਂ ਪੱਤਰਕਾਵਾਂ ਨੂੰ ਅਣਗੌਲਿਆਂ ਕਰਕੇ ਕੁਤਾਹੀ ਕੀਤੀ ਹੈ, ਉਹਨੂੰ ਇੱਕ ਹੋਰ ਜਿਹੜਾ ਭੁੱਲ ਬਖਸ਼ਾਉਣ ਵਾਸਤੇ ਮੌਕਾ ਦਿੱਤਾ ਜਾਂਦਾ ਹੈ। ਹੁਣ ਜੇ ਅਣਗੌਲਿਆਂ ਕੀਤਾ ਹੁੰਦਾ ਤਾਂ ਪੱਤਰਾਂ ਦਾ ਜਵਾਬ ਕਿਉਂ ਦਿੱਤਾ ਜਾਂਦਾ। ਨਿਰਮਲ ਭੇਖ ਦੀ ਸਕੱਤਰੇਤ ਦੇ ਕਹੇ ਉੱਪਰ ਇਕੱਤਰਤਾ ਵੀ ਬੁਲਾਈ ਗਈ। ਹੁਣ ਝੂਠ ਬੋਲਣ ਪਿੱਛੇ ਗਿਆਨੀ ਜੀ ਦੀ ਮਨਸ਼ਾ ਸਾਫ਼ ਦਿਖਾਈ ਦਿੰਦੀ ਹੈ। ਇੱਥੇ ਸਿੱਖ ਸੰਗਤਾਂ ਨੂੰ ਦੱਸ ਦਈਏ ਕਿ ਸ੍ਰੀ ਅਕਾਲ ਤਖਤ ਸਾਹਿਬ ਜੀ ਦੀ ਸਕੱਤਰੇਤ ਵੱਲੋਂ ਕੋਈ ਵੀ ਪੱਤਰ ਰਜਿਸਟਰਡ ਡਾਕ ਰਾਹੀਂ ਨਹੀਂ ਭੇਜਿਆ ਗਿਆ। ਇੱਕ ਪੱਤਰ ਆਪਣੇ ਏਲਚੀ ਰਾਹੀਂ, ਬਾਕੀ ਸੋਸ਼ਲ ਮੀਡੀਆ ਤੇ WhatsApp ਦੇ ਸਹਾਰੇ ਭੇਜੇ ਗਏ। ਕੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਇਸ ਤਰ੍ਹਾਂ ਚੱਲਦੀ ਹੈ? ਇਹ ਇੱਕ ਵੱਡਾ ਸਵਾਲੀਆ ਚਿੰਨ੍ਹ ਹੈ ਉਸ ਦੀ ਕਾਰਜਸ਼ੈਲੀ ਦੇ ਉੱਤੇ। ਹੁਣ ਸਵਾਲ ਹੈ ਕਿ ਅਜਿਹਾ ਗਿਆਨੀ ਹਰਪ੍ਰੀਤ ਸਿੰਘ ਨੂੰ ਕਿਉਂ ਕਰਨਾ ਪਿਆ। ਇਸ ਦਾ ਜਵਾਬ ਹੈ ਕਿ ਮਿਤੀ 10/11/2022 ਯਾਨੀ ਕਿ 10 ਨਵੰਬਰ 2022 ਨੂੰ ਮਹੰਤ ਰੇਸ਼ਮ ਸਿੰਘ, ਪ੍ਰੇਮ ਸਿੰਘ, ਜੁਗਰਾਜ ਸਿੰਘ, ਜਗਤਾਰ ਸਿੰਘ, ਮਹੰਤ ਗੋਪਾਲ ਸਿੰਘ, ਜਗਜੀਤ ਸਿੰਘ, ਦੀਪਕ ਸਿੰਘ, ਕਮਲਜੀਤ ਸਿੰਘ, ਪ੍ਰਭਜੋਤ ਸਿੰਘ ਆਦਿ ਇਹ ਸਾਰੇ ਹੀ ਮਹੰਤ ਰੇਸ਼ਮ ਸਿੰਘ ਦੀ ਅਗਵਾਈ ਵਿੱਚ ਨਿਰਮਲ ਪੰਚਾਇਤੀ ਅਖਾੜਾ ਕਨਖਲ ਸ੍ਰੀ ਹਰਿਦੁਆਰ ਉੱਤਰਾਖੰਡ ਵਿਖੇ ਕਬਜ਼ਾ ਕਰਨ ਚਲੇ ਗਏ ਵੀ ਹੁਣ ਉੱਥੇ ਜਾ ਕੇ ਅਸੀਂ ਸਿੱਧਾ ਕਬਜ਼ਾ ਹੀ ਕਰ ਲਈਏ। ਤੇ ਉੱਥੇ ਜਦੋਂ ਗਏ ਤੇ ਪੁਲਿਸ ਤੋਂ ਇਹ ਕਹਿ ਕੇ ਮਨਜ਼ੂਰੀ ਲਈ ਕਿ ਅਸੀਂ ਆਸਤੀਆਂ ਪਾਉਣ ਆਏ ਹਾਂ ਤੇ ਇਹ ਸਾਡਾ ਪੁਰਾਤਨ ਅਖਾੜਾ ਹੈ, ਅਸੀਂ ਇੱਥੇ ਮੱਥਾ ਟੇਕਣਾ ਹੈ। ਪਰ ਨਿਰਮਲ ਪੰਚਾਇਤੀ ਅਖਾੜੇ 'ਚ ਪ੍ਰਵੇਸ਼ ਕਰਦਿਆਂ ਹੀ ਉੱਥੇ ਬਿਨਾਂ ਆਸਤੀਆਂ ਵਾਲੇ ਹੱਥ ਪੈਰ ਧੋਤਿਆਂ ਸ੍ਰੀ ਅਖੰਡ ਪਾਠ ਸਾਹਿਬ ਪ੍ਰਾਰੰਭ ਕਰ ਦਿੱਤੇ ਤੇ ਦੇਗ ਵੀ ਪਹਿਲਾਂ ਨਾਲ ਹੀ ਬਣਾ ਕੇ ਲੈ ਕੇ ਗਏ ਸੀ। ਇਹ ਸਭ ਦੀ ਵੀਡੀਓ ਮੌਜੂਦ ਹੈ ਤੇ ਨਾਲ ਦੀ ਨਾਲ ਤੁਸੀਂ ਵੇਖ ਵੀ ਰਹੇ ਹੋ ਇਹ ਕਿਸ ਤਰ੍ਹਾਂ ਗੁਰੂ ਮਹਾਰਾਜ ਦੀ ਹਜ਼ੂਰੀ ਵਿੱਚ ਭੱਜੇ ਨੱਠੇ ਫਿਰਦੇ ਨੇ। ਜਦੋਂ ਪੁਲਿਸ ਨੂੰ ਇਸ ਕਬਜ਼ੇ ਦੀ ਨੀਅਤ ਦਾ ਪਤਾ ਲੱਗਾ ਤਾਂ ਪੁਲਿਸ ਨੇ ਸਾਰੇ ਚੁੱਕ ਕੇ ਬਾਹਰ ਕੱਢੇ। ਇੱਥੇ ਨਿਰਮਲ ਪੰਚਾਇਤੀ ਅਖਾੜਾ ਦੇ ਪ੍ਰਬੰਧਕਾਂ ਨੇ ਸ੍ਰੀ ਅਖੰਡ ਪਾਠ ਸਾਹਿਬ ਨੂੰ ਖੰਡਿਤ ਨਹੀਂ ਹੋਣ ਦਿੱਤਾ, ਸਗੋਂ ਭੋਗ ਪੂਰਨ ਗੁਰਮਰਿਆਦਾ ਅਨੁਸਾਰ ਤੀਸਰੇ ਦਿਨ ਸ਼ਬਦ ਕੀਰਤਨ ਕਰਕੇ ਪਾਏ। ਇਹ ਸਭ ਦੀ ਵੀਡੀਓ ਮੌਜੂਦ ਹੈ। ਅਖਬਾਰਾਂ ਦੀਆਂ ਖਬਰਾਂ ਤੇ ਵੀਡੀਓਜ਼ ਤੁਸੀਂ ਦੇਖ ਰਹੇ ਹੋ। ਹੁਣ ਸੋਚਣਾ ਬਣਦਾ ਹੈ ਕਿ ਕੀ ਮਹੰਤ ਰੇਸ਼ਮ ਸਿੰਘ ਜੀ ਨੇ ਗੁਰਮਰਿਆਦਾ ਦੀ ਉਲੰਘਣਾ ਕਰਕੇ ਬੇਅਦਬੀ ਨਹੀਂ ਕੀਤੀ? ਕੀ ਗੁਰੂ ਗ੍ਰੰਥ ਸਾਹਿਬ ਜੀ ਦੀ ਉੱਥੇ ਬੇਅਦਬੀ ਨਹੀਂ ਕੀਤੀ ਗਈ? ਜਿਸ ਤਰੀਕੇ ਅਖੰਡ ਪਾਠ ਸਾਹਿਬ ਆਰੰਭ ਕੀਤੇ ਗਏ ਤੇ ਆਸਤੀਆਂ ਵਾਲੇ ਹੱਥ ਵੀ ਨਹੀਂ ਧੋਤੇ, ਕੀ ਗਿਆਨੀ ਹਰਪ੍ਰੀਤ ਸਿੰਘ ਜੀ ਇਸ ਨੂੰ ਬੇਅਦਬੀ ਨਹੀਂ ਮੰਨਦੇ? ਜੇ ਨਹੀਂ ਮੰਨਦੇ ਤੇ ਵੱਖਰੀ ਗੱਲ ਹੈ, ਪਰ ਜੇ ਇਹ ਬੇਅਦਬੀ ਹੈ ਤਾਂ ਫਿਰ ਬੇਅਦਬੀ ਕਰਨ ਵਾਲੇ ਦਾ ਸਾਥ ਸ੍ਰੀ ਅਕਾਲ ਤਖਤ ਸਾਹਿਬ ਦੀ ਸਕੱਤਰੇਤ ਦਾ ਮੁਖੀ ਕਿਉਂ ਦੇ ਰਿਹਾ ਹੈ? ਸ਼ਾਇਦ ਇਸ ਅਸਲੀਅਤ ਨੂੰ ਲੁਕਾਉਣ ਲਈ ਹੀ ਹੁਣ 26 ਨਵੰਬਰ 2022 ਨੂੰ ਜਦੋਂ ਸੁੱਚਾ ਸਿੰਘ ਲੰਗਾਹ ਨੂੰ ਮਾਫ ਕੀਤਾ ਗਿਆ, ਉਸ ਵਕਤ ਅਜਿਹੀ ਭਾਸ਼ਾ ਵਰਤ ਕੇ ਅਤੇ ਸ੍ਰੀ ਅਕਾਲ ਤਖਤ ਸਾਹਿਬ ਵੱਲੋਂ ਦਿੱਤੀਆਂ ਪੱਤਰਕਾਵਾਂ ਨੂੰ ਅਣਗੌਲਿਆਂ ਕਰਕੇ ਕੁਤਾਹੀ ਕੀਤੀ ਹੈ, ਉਹਨੂੰ ਇੱਕ ਹੋਰ ਜਿਹੜਾ ਭੁੱਲ ਬਖਸ਼ਾਉਣ ਵਾਸਤੇ ਮੌਕਾ ਦਿੱਤਾ ਜਾਂਦਾ ਹੈ। ਜਿੱਥੇ ਸਿੱਧੇ ਰੂਪ 'ਚ ਮਹੰਤ ਰੇਸ਼ਮ ਸਿੰਘ ਜੀ ਦਾ ਪੱਖ ਪੂਰਿਆ ਗਿਆ, ਉੱਥੇ ਸਿੱਖ ਪੰਥ ਨੂੰ ਇੱਕ ਹੋਰ ਮਾਮਲੇ 'ਚ ਬਿਨਾਂ ਵਜ੍ਹਾ ਉਲਝਾ ਦਿੱਤਾ ਗਿਆ, ਕਿਉਂਕਿ ਇਹ ਕੇਸ ਵੀ ਥਾਣਿਆਂ ਅਦਾਲਤਾਂ 'ਚ ਜਾ ਚੁੱਕਾ ਹੈ। ਇਹ ਧਿਆਨ ਦੇਣ ਯੋਗ ਗੱਲ ਹੈ। ਹੁਣ ਸਾਧ ਸੰਗਤ ਹੀ ਫੈਸਲਾ ਕਰੇ ਕਿ ਕੀ ਇਹ ਸ੍ਰੀ ਅਕਾਲ ਤਖਤ ਸਾਹਿਬ ਤੋਂ 10 ਸਤੰਬਰ 2015 ਨੂੰ ਹੋਏ ਗੁਰਮਤੇ ਦੀ ਉਲੰਘਣਾ ਨਹੀਂ ਹੈ, ਜਿਸ ਵਿੱਚ ਸਾਫ਼ ਕਿਹਾ ਗਿਆ ਕਿ ਕਾਨੂੰਨ ਨਾਲ ਸੰਬੰਧਿਤ ਕੋਈ ਕੇਸ ਤਖਤ ਸਾਹਿਬਾਨ ਤੇ ਨਾ ਭੇਜਿਆ ਜਾਵੇ। ਦੂਸਰਾ, ਕੀ ਇਹ ਨਿਰਮਲ ਭੇਖ ਅੰਦਰ ਸਿੱਖ ਪੰਥ ਦੀ ਸਿੱਧੀ ਦਖਲਅੰਦਾਜ਼ੀ ਨਹੀਂ ਹੈ? ਸਾਡੀ ਗਿਆਨੀ ਹਰਪ੍ਰੀਤ ਸਿੰਘ ਜੀ ਨੂੰ ਹੱਥ ਜੋੜ ਕੇ ਬੇਨਤੀ ਹੈ
ਕਿ ਇਹ ਸ੍ਰੀ ਨਿਰਮਲ ਪੰਚਾਇਤੀ ਅਖਾੜਾ ਕਨਖਲ ਸ੍ਰੀ ਹਰਿਦੁਆਰ ਉੱਤਰਾਖੰਡ ਦਾ ਨਿੱਜੀ ਮਾਮਲਾ ਹੈ ਜਾਂ ਨਹੀਂ ਹੈ। ਇਹ ਉਹਨਾਂ ਦੇ ਨਿਰਮਲ ਪੰਥ ਉੱਪਰ ਨਿਰਭਰ ਕਰਦਾ ਹੈ। ਪਹਿਲਾਂ ਹੋਏ ਗੁਰਮਤਿ ਅਨੁਸਾਰ ਉਹਨਾਂ ਦੇ ਉੱਤੇ ਹੀ ਇਹ ਛੱਡ ਦਿਓ। ਉਹ ਆਪਣੇ ਘਰ ਦੀ ਅੱਗ ਨੂੰ ਬੁਝਾਉਂਦੇ ਨੇ, ਅੱਗ ਹੈ ਜਾਂ ਨਹੀਂ ਹੈ ਇਹ ਉਹ ਜਾਣਨ। ਅਸੀਂ ਕਿਉਂ ਉਸ ਵਿੱਚ ਫਸ ਰਹੇ ਹਾਂ? ਪਹਿਲਾਂ ਹੀ ਸਿੱਖ ਪੰਥ ਹੋਰ ਦਰਪੇਸ਼ ਮੁਸ਼ਕਲਾਂ ਦਾ ਸਾਹਮਣਾ ਕਰ ਰਿਹਾ ਹੈ। ਸਾਨੂੰ ਡਰ ਹੈ ਕਿ ਫਿਰ ਜੇ ਪੰਥਕ ਰਵਾਇਤਾਂ ਅਨੁਸਾਰ ਨਿਰਮਲ ਸੰਪਰਦਾਵਾਂ ਉੱਪਰ ਕਾਰਵਾਈ ਕਰਨੀ ਹੈ, ਤੁਸੀਂ ਕਰਨੀ ਬਣਦੀ ਹੈ ਤੁਹਾਡੀ, ਤਾਂ ਪਹਿਲਾਂ ਸਿੱਖ ਪੰਥ ਇਸ ਨਿਰਮਲ ਭੇਖ ਨੂੰ ਸੰਪੂਰਨ ਰੂਪ ਵਿੱਚ ਅਪਣਾ ਵੀ ਲਵੇ। ਦਰਬਾਰ ਸਾਹਿਬ ਅੰਦਰ ਇਹਨੂੰ ਆਪਣੇ ਭੇਖ ਵਿੱਚ ਰਹਿੰਦਿਆਂ ਕੀਰਤਨ ਕਰਨ ਤੇ ਮੰਜੀ ਸਾਹਿਬ ਉੱਪਰ ਕੀਰਤਨ ਕਰਨ ਦੀ ਤੇ ਕਥਾ ਕਰਨ ਦੀ ਵੀ ਇਜਾਜ਼ਤ ਦੇ ਦੇਣੀ ਚਾਹੀਦੀ ਹੈ। ਪਹਿਲਾਂ ਹੀ ਸਿੱਖ ਪੰਥ ਬਹੁਤ ਮੁੱਦਿਆਂ ਵੱਲ ਉਲਝਿਆ ਹੈ। ਥੋੜ੍ਹਾ ਜਿਹਾ ਸਾਨੂੰ ਸਬਰ ਹੌਸਲੇ ਦੇ ਨਾਲ ਕੰਮ ਲੈਣਾ ਪਵੇਗਾ, ਦੀਰਘ ਗਤੀ ਤੋਂ ਕੰਮ ਲੈਣਾ ਪਏਗਾ। ਜਿਹੜੇ ਪੁਰਾਤਨ ਹੁਕਮਨਾਮੇ ਗੁਰਮਤੇ ਹੋਏ ਨੇ, ਸਕੱਤਰੇਤ ਦੇ ਮੁਖੀ ਨੂੰ ਉਹ ਪੜ੍ਹ ਲੈਣੇ ਚਾਹੀਦੇ ਨੇ ਤੇ ਉਸ ਪੁਰਾਣੇ ਬਣੇ ਵਿਧੀ ਵਿਧਾਨ ਅਨੁਸਾਰ ਹੀ ਜਿਹੜੀ ਸਾਰੀ ਕਾਰਵਾਈ ਆ ਇਹ ਹੋਣੀ ਚਾਹੀਦੀ ਹੈ, ਤਾਂ ਜਾ ਕੇ ਸ੍ਰੀ ਅਕਾਲ ਤਖਤ ਸਾਹਿਬ ਦੀ ਕੋਈ ਗਰਿਮਾ ਬਚ ਸਕੇਗੀ। ਅੱਜ ਸਭ ਤੁਹਾਡੇ ਵੱਲ ਵੇਖ ਰਹੇ ਨੇ। ਇਸ ਫੈਸਲੇ ਦੇ ਨਾਲ ਸਿੱਖ ਪੰਥ ਹੋਰ ਇੱਕ ਡੂੰਘੀ ਖੱਡ ਵਿੱਚ ਡਿੱਗ ਪਵੇਗੀ, ਜਿਸ ਦੇ ਤੁਸੀਂ ਸਿੱਧੇ ਤੌਰ 'ਤੇ ਜ਼ਿੰਮੇਵਾਰ ਹੋਵੋਗੇ ਤੇ ਸਿੱਖ ਪੰਥ ਕਦੀ ਤੁਹਾਨੂੰ ਮੁਆਫ ਨਹੀਂ ਕਰੇਗਾ। ਅੱਜ ਦੇ ਰੜਕਦੇ ਬੋਲਾਂ ਵਿੱਚ ਸਿਰਫ ਇੰਨਾ ਹੀ। ਨਵਾਂ ਵਿਸ਼ਾ ਲੈ ਕੇ ਜਲਦੀ ਹਾਜ਼ਰ ਹੋਵਾਂਗਾ। ਤਦ ਤੱਕ ਲਈ ਬਲਵਿੰਦਰ ਸਿੰਘ ਪੜੈਣ ਨੂੰ ਦਿਓ ਇਜਾਜ਼ਤ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਪੰਜਾਬ ਦੇ ਹਰ ਖਿੱਤੇ ਦੀ ਜਾਣਕਾਰੀ ਲਈ ਜੁਝਾਰ ਟਾਈਮਜ਼ YouTube ਚੈਨਲ ਸਬਸਕ੍ਰਾਈਬ ਕਰੋ ਅਤੇ ਬੈਲ ਆਈਕਨ ਜ਼ਰੂਰ ਦਬਾਓ ਤਾਂ ਕਿ ਤੁਹਾਨੂੰ ਸਾਡੇ ਨੋਟੀਫਿਕੇਸ਼ਨ ਸਭ ਤੋਂ ਪਹਿਲਾਂ ਹਾਸਲ ਹੋ। ਫੇਸਬੁੱਕ ਯੂਜ਼ਰ ਜੁਝਾਰ ਟਾਈਮ ਪੇਜ ਲਾਈਕ ਕਰੋ।